ਰਾਜਨੀਤਿਕ ਸਮਾਨਤਾ ਜਾਂ ਸਮਾਨਤਾ ਦਾ ਰਾਜਨੀਤਿਕ ਪੱਖ। ਇਸ ਕੁਐਸਚਨ ਵਿੱਚ ਅਸੀਂ ਚਰਚਾ ਕਰਾਂਗੇ ਕਿ ਰਾਜਨੀਤਿਕ ਸਮਾਨਤਾ ਦਾ ਕੀ ਅਰਥ ਹੁੰਦਾ ਹੈ ਅਤੇ ਰਾਜਨੀਤਿਕ ਸਮਾਨਤਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਕੀ ਹੁੰਦੀਆਂ ਹਨ। ਰਾਜਨੀਤਿਕ ਸਮਾਨਤਾ ਦਾ ਅਰਥ ਹੈ ਕਿ ਹਰ ਮਨੁੱਖ ਵਿੱਚ ਰਾਜਨੀਤਿਕ ਨਿਰਣੇ ਲੈਣ ਦੀ ਸਮਰੱਥਾ ਇੱਕ ਸਮਾਨ ਹੁੰਦੀ ਹੈ। ਇਸ ਵਿੱਚ ਕੋਈ ਜ਼ਿਆਦਾ ਸਿਆਣਾ ਨਹੀਂ ਹੁੰਦਾ। ਰਾਜਨੀਤਿਕ ਫੈਸਲੇ ਲੈਣ ਦੇ ਵਿੱਚ ਕੋਈ ਘੱਟ ਸਿਆਣਾ ਨਹੀਂ ਹੁੰਦਾ। ਰਾਜਨੀਤਿਕ ਫੈਸਲੇ ਲੈਣ ਵਿੱਚ ਇਹਨਾਂ ਗੱਲਾਂ ਦਾ ਕੋਈ ਪ੍ਰਭਾਵ ਨਹੀਂ ਪੈਂਦਾ ਕਿ ਉਹ ਵਿਅਕਤੀ ਕਿੰਨਾ ਕੁ ਐਜੂਕੇਟਡ ਹੈ, ਉਸ ਵਿਅਕਤੀ ਦੀ ਆਰਥਿਕ ਸਥਿਤੀ ਕਿਸ ਤਰ੍ਹਾਂ ਦੀ ਹੈ, ਅਮੀਰ ਹੈ ਜਾਂ ਗਰੀਬ ਹੈ, ਉਹ ਇਸਤਰੀ ਹੈ ਜਾਂ ਪੁਰਸ਼ ਹੈ। ਸਾਰੇ ਵਿਅਕਤੀਆਂ ਦੀ ਰਾਜਨੀਤਿਕ ਫੈਸਲੇ ਲੈਣ ਦੀ ਸਮਰੱਥਾ ਸ਼ਕਤੀ ਇੱਕ ਸਮਾਨ ਹੁੰਦੀ ਹੈ ਅਤੇ ਰਾਜਨੀਤਿਕ ਫੈਸਲੇ ਲੈਣ ਵਿੱਚ ਹਰ ਵਿਅਕਤੀ ਬਰਾਬਰ ਦਾ ਹੱਕਦਾਰ ਵੀ ਹੈ, ਕਿਉਂਕਿ ਰਾਜਨੀਤਿਕ ਫੈਸਲੇ ਕਿਸੇ ਇੱਕ ਵਰਗ ਨੂੰ ਪ੍ਰਭਾਵਿਤ ਨਹੀਂ ਕਰਦੇ। ਰਾਜਨੀਤਿਕ ਫੈਸਲੇ ਇਸ ਤਰ੍ਹਾਂ ਦੇ ਹੁੰਦੇ ਹਨ ਜਿਹੜੇ ਸੁਸਾਇਟੀ ਦੇ ਹਰ ਵਰਗ ਨੂੰ ਪ੍ਰਭਾਵਿਤ ਕਰਦੇ ਹਨ। ਇਸ ਲਈ ਹਰ ਵਰਗ ਦਾ ਹੱਕ ਬਣਦਾ ਹੈ ਕਿ ਉਹ ਰਾਜਨੀਤਿਕ ਫੈਸਲਿਆਂ ਦੇ ਵਿੱਚ ਬਰਾਬਰ ਦਾ ਭਾਗੀਦਾਰ ਬਣੇ। ਰਾਜਨੀਤਿਕ ਸਮਾਨਤਾ ਦਾ ਵਿਕਾਸ ਮੁੱਖ ਤੌਰ ਤੇ 19ਵੀਂ ਸਦੀ ਵਿੱਚ ਆਰੰਭ ਹੋਇਆ। ਇਸ ਦਾ ਸ਼ੁਰੂ ਦੇ ਵਿੱਚ ਮੁੱਖ ਉਦੇਸ਼ ਸੀ ਸਾਰਿਆਂ ਲਈ ਵੋਟ ਦੇ ਅਧਿਕਾਰ ਦੀ ਪ੍ਰਾਪਤੀ ਕਰਨਾ, ਕਿਉਂਕਿ ਜਦੋਂ ਲੋਕਤੰਤਰ ਦਾ ਵਿਕਾਸ ਸ਼ੁਰੂ ਹੋਇਆ ਉਸ ਸਮੇਂ ਆਰੰਭਤਾ ਵਿੱਚ ਸ਼ੁਰੂਆਤੀ ਦੌਰ ਵਿੱਚ ਵੋਟ ਦਾ ਅਧਿਕਾਰ ਸਾਰੇ ਲੋਕਾਂ ਨੂੰ ਪ੍ਰਾਪਤ ਨਹੀਂ ਹੁੰਦਾ ਸੀ। ਵੋਟ ਦੇ ਅਧਿਕਾਰ ਦੀ ਪ੍ਰਾਪਤੀ ਲਈ ਕੁਝ ਸ਼ਰਤਾਂ ਲਾਈਆਂ ਜਾਂਦੀਆਂ ਸੀ, ਜਿਵੇਂ ਕਿ ਪ੍ਰੋਪਰਟੀ ਦੀ ਸ਼ਰਤ ਹੁੰਦੀ ਸੀ ਕਿ ਜਿਸ ਵਿਅਕਤੀ ਕੋਲ ਇੰਨੀ ਪ੍ਰੋਪਰਟੀ ਹੈ ਉਸ ਨੂੰ ਵੋਟ ਦਾ ਅਧਿਕਾਰ ਦਿੱਤਾ ਜਾਵੇਗਾ। ਜਿਸ ਵਿਅਕਤੀ ਦਾ ਟੈਕਸ ਇੰਨਾ ਬਣਦਾ ਹੈ, ਇੰਨਾ ਟੈਕਸ ਭਰਦਾ ਹੈ, ਉਸ ਵਿਅਕਤੀ ਨੂੰ ਵੋਟ ਦਾ ਅਧਿਕਾਰ ਦਿੱਤਾ ਜਾਵੇਗਾ। ਕੁਝ ਵਰਗਾਂ ਨੂੰ ਜਿਵੇਂ ਕਿ ਇਸਤਰੀਆਂ, ਮਜ਼ਦੂਰਾਂ ਅਤੇ ਹੋਰ ਕਮਜ਼ੋਰ ਵਰਗਾਂ ਨੂੰ ਵੋਟ ਦੇ ਅਧਿਕਾਰ ਤੋਂ ਵੰਚਿਤ ਰੱਖਿਆ ਜਾਂਦਾ ਸੀ। ਇਸ ਤਰ੍ਹਾਂ ਰਾਜਨੀਤਿਕ ਸਮਾਨਤਾ ਦਾ ਪ੍ਰਭਾਵ ਖੇਤਰ ਸ਼ੁਰੂ ਹੋਇਆ ਵੋਟ ਦੇ ਅਧਿਕਾਰ ਨੂੰ ਸਰਵ ਵਿਆਪਕ ਬਣਾਉਣ ਦੀ ਮੰਗ ਤੋਂ, ਕਿ ਵੋਟ ਦਾ ਅਧਿਕਾਰ ਸਾਰਿਆਂ ਲਈ ਹੋਣਾ ਚਾਹੀਦਾ ਹੈ, ਚਾਹੇ ਇਸਤਰੀ ਹੈ, ਚਾਹੇ ਪੁਰਸ਼ ਹੈ, ਚਾਹੇ ਮਜ਼ਦੂਰ ਹੈ, ਚਾਹੇ ਮਾਲਕ ਹੈ। ਤੇ ਇਸ ਵਿੱਚ ਹੌਲੀ ਹੌਲੀ ਹੋਰ ਗੱਲਾਂ ਸ਼ਾਮਲ ਹੁੰਦੀਆਂ ਗਈਆਂ, ਹੋਰ ਤੱਤ ਸ਼ਾਮਲ ਹੁੰਦੇ ਗਏ। ਜਿਵੇਂ ਅੱਗੇ ਮੰਗ ਸ਼ੁਰੂ ਹੋਈ ਕਿ ਜੋ ਜਨਤਕ ਪਦਵੀਆਂ ਨੇ, ਸਰਕਾਰੀ ਨੌਕਰੀਆਂ ਨੇ, ਭਾਵ ਸਰਕਾਰੀ ਅਹੁਦੇ ਨੇ, ਉਹ ਪ੍ਰਾਪਤ ਕਰਨ ਦੇ ਵਿੱਚ ਸਾਰੇ ਲੋਕ ਸਮਾਨ ਹੋਣੇ ਚਾਹੀਦੇ ਹਨ। ਕਿਸੇ ਇੱਕ ਪਰਿਵਾਰ ਜਾਂ ਇੱਕ ਵਰਗ ਲਈ ਉਹ ਰਿਜ਼ਰਵ ਰਾਖਵੇਂ ਨਹੀਂ ਹੋਣੇ ਚਾਹੀਦੇ। ਚੋਣ ਲੜਨ ਸੰਬੰਧੀ ਸਮਾਨਤਾ ਹੋਣੀ ਚਾਹੀਦੀ ਹੈ ਅਤੇ ਸਰਕਾਰ ਲੋਕਾਂ ਪ੍ਰਤੀ ਜ਼ਿੰਮੇਵਾਰ ਹੋਣੀ ਚਾਹੀਦੀ ਹੈ। ਆਓ ਹੁਣ ਚਰਚਾ ਕਰਦੇ ਹਾਂ ਰਾਜਨੀਤਿਕ ਸਮਾਨਤਾ ਦੀਆਂ ਮੁੱਖ ਵਿਸ਼ੇਸ਼ਤਾਵਾਂ ਕਿਹੜੀਆਂ-ਕਿਹੜੀਆਂ ਮੰਨੀਆਂ ਜਾਂਦੀਆਂ ਹਨ। ਵੋਟ ਦਾ ਅਧਿਕਾਰ। ਰਾਜਨੀਤਿਕ ਸਮਾਨਤਾ ਦਾ ਆਰੰਭ ਹੀ ਵੋਟ ਦੇ ਅਧਿਕਾਰ ਤੋਂ ਹੋਇਆ। ਇਸ ਲਈ ਵੋਟ ਦਾ ਅਧਿਕਾਰ ਇਸ ਦਾ ਸੈਂਟਰਲ ਪੁਆਇੰਟ ਮੰਨਿਆ ਜਾਂਦਾ ਹੈ। ਮੱਧ ਯੁੱਗ ਵਿੱਚ ਆਮ ਵਿਅਕਤੀ ਦੀ ਕੋਈ ਰਾਜਨੀਤਿਕ ਵਕੂਤ ਨਹੀਂ ਹੁੰਦੀ ਸੀ ਤੇ ਰਾਜਨੀਤਿਕ ਖੇਤਰ ਦੇ ਫੈਸਲੇ ਲੈਣ ਦੀ ਸ਼ਕਤੀ ਰਾਜਘਰਾਣੇ ਦੇ ਨਜ਼ਦੀਕੀ, ਉਸ ਦੇ ਰਿਸ਼ਤੇਦਾਰ ਅਤੇ ਸਮੰਤ ਲੋਕ, ਪਾਦਰੀ ਲੋਕ, ਇਹਨਾਂ ਲੋਕਾਂ ਤੱਕ ਹੀ ਸੀਮਿਤ ਹੁੰਦੀ ਸੀ। ਆਮ ਲੋਕਾਂ ਦੀ ਕੋਈ ਵੈਲਿਊ ਨਹੀਂ ਹੁੰਦੀ ਸੀ ਰਾਜਨੀਤਿਕ ਫੈਸਲਿਆਂ ਵਿੱਚ। ਜਿਹੜੀ ਕਿਸੇ ਰਾਜਨੀਤਿਕ ਪ੍ਰਣਾਲੀ ਵਿੱਚ ਵੋਟ ਦਾ ਅਧਿਕਾਰ ਦਿੱਤਾ ਵੀ ਗਿਆ ਸੀ, ਉਹ ਵੀ ਕੁਝ ਕੁ ਲੋਕਾਂ ਨੂੰ ਦਿੱਤਾ ਜਾਂਦਾ ਸੀ। ਸਾਰੇ ਲੋਕਾਂ ਨੂੰ ਵੋਟ ਦਾ ਅਧਿਕਾਰ ਨਹੀਂ ਦਿੱਤਾ ਜਾਂਦਾ ਸੀ ਉਸ ਸਮੇਂ। ਫਿਰ ਉਦਾਰਵਾਦੀ ਵਿਚਾਰਕਾਂ ਨੇ ਮੰਗ ਸ਼ੁਰੂ ਕੀਤੀ ਕਿ ਬਾਲਗ ਮਤ ਅਧਿਕਾਰ ਹੋਣਾ ਚਾਹੀਦਾ ਹੈ, ਭਾਵ ਇੱਕ ਉਮਰ ਦੀ ਹੱਦ ਰੱਖੀ ਜਾਣੀ ਚਾਹੀਦੀ ਹੈ। 18 ਸਾਲ 20 ਸਾਲ ਕੋਈ ਵੀ ਕਾਨੂੰਨ ਦੁਆਰਾ ਜਿਹੜਾ ਵਿਅਕਤੀ ਉਸ ਉਮਰ ਤੱਕ ਪਹੁੰਚ ਜਾਂਦਾ ਹੈ ਉਸ ਨੂੰ ਵੋਟ ਪਾਉਣ ਦਾ ਅਧਿਕਾਰ ਮਿਲਣਾ ਚਾਹੀਦਾ ਹੈ। ਵੋਟ ਦੇ ਅਧਿਕਾਰ ਤੋਂ ਬਿਨਾਂ ਉਹਨਾਂ ਦਾ ਵਿਚਾਰ ਸੀ ਕਿ ਰਾਜਨੀਤਿਕ ਸਮਾਨਤਾ ਸਥਾਪਿਤ ਨਹੀਂ ਹੋ ਸਕਦੀ। ਚੋਣ ਲੜਨ ਦਾ ਅਧਿਕਾਰ, ਰਾਈਟ ਟੂ ਕੰਟੈਸਟ ਇਲੈਕਸ਼ਨ। ਵੋਟ ਪਾਉਣ ਦਾ ਅਧਿਕਾਰ ਤਾਂ ਕੇਵਲ ਇਸ ਗੱਲ ਦਾ ਸੂਚਕ ਹੈ ਕਿ ਅਸੀਂ ਉਹਨਾਂ ਵਿਅਕਤੀਆਂ ਨੂੰ ਚੁਣ ਸਕਦੇ ਹਾਂ ਜਿਹੜੇ ਸਾਡੇ ਤੇ ਸ਼ਾਸਨ ਕਰਨਗੇ। ਸਾਡਾ ਸ਼ਾਸਨ ਪ੍ਰਬੰਧ ਕੌਣ ਕਰੇਗਾ। ਇਸ ਦੀ ਅਗਲੀ ਸਟੇਜ ਹੈ ਇਕੁਐਲਿਟੀ ਦੀ, ਪੋਲੀਟੀਕਲ ਇਕੁਐਲਿਟੀ ਦੀ, ਕਿ ਹਰ ਵਿਅਕਤੀ ਨੂੰ ਇਹ ਵੀ ਅਧਿਕਾਰ ਹੈ ਕਿ ਉਹ ਆਪ ਸ਼ਾਸਨ ਪ੍ਰਬੰਧ ਦਾ ਹਿੱਸਾ ਬਣੇ, ਆਪ ਸਰਕਾਰ ਦਾ ਹਿੱਸਾ ਬਣੇ। ਇਸ ਲਈ ਹਰ ਵਿਅਕਤੀ ਨੂੰ ਚੋਣ ਲੜਨ ਦਾ ਅਧਿਕਾਰ ਹੈ ਜਿਹੜਾ, ਉਹ ਵੀ ਰਾਜਨੀਤਿਕ ਸਮਾਨਤਾ ਦਾ ਭਾਗ ਬਣ ਗਿਆ ਹੌਲੀ ਹੌਲੀ। ਚੋਣ ਲੜਨ ਲਈ ਕੁਝ ਇਸ ਤਰ੍ਹਾਂ ਦੀਆਂ ਯੋਗਤਾਵਾਂ ਰੱਖੀਆਂ ਜਾ ਸਕਦੀਆਂ ਹਨ ਜਿਹੜੀਆਂ ਕਿਸੇ ਤਰਕ ਤੇ ਆਧਾਰਿਤ ਹੋਣ, ਜਿਵੇਂ ਉਮਰ ਕਿੰਨੀ ਹੋਣੀ ਚਾਹੀਦੀ ਹੈ ਜਾਂ ਉਸ ਵਿਅਕਤੀ ਤੇ ਕੋਈ ਅਪਰਾਧਿਕ ਮੁਕੱਦਮਾ ਨਾ ਚੱਲਿਆ ਹੋਵੇ। ਇਸ ਤਰ੍ਹਾਂ ਦੀਆਂ ਯੋਗਤਾਵਾਂ ਨਹੀਂ ਹੋਣੀਆਂ ਚਾਹੀਦੀਆਂ ਜਿਹੜੀਆਂ ਕਿਸੇ ਖਾਸ ਵਿਅਕਤੀ ਨੂੰ ਜਾਂ ਤਾਂ ਯੋਗ ਬਣਾਉਣ ਲਈ ਰੱਖੀਆਂ ਗਈਆਂ ਹੋਣ ਜਾਂ ਕਿਸੇ ਖਾਸ ਵਿਅਕਤੀ ਨੂੰ ਇਲੈਕਸ਼ਨ ਲੜਨ ਤੋਂ ਡਿਸਕੁਆਲੀਫਾਈ ਕਰਨ ਵਾਸਤੇ ਰੱਖੀਆਂ ਗਈਆਂ ਹੋਣ। ਅਜਿਹੀਆਂ ਯੋਗਤਾਵਾਂ ਦੀ ਸ਼ਰਤ ਨੂੰ ਜਿਹੜੀਆਂ ਤਰਕਸੰਗਤ ਹੋਣ ਰਾਜਨੀਤਿਕ ਸਮਾਨਤਾ ਦੇ ਰਸਤੇ ਦੀ ਰੁਕਾਵਟ ਨਹੀਂ ਕਿਹਾ ਜਾ ਸਕਦਾ। ਜਿਵੇਂ ਕਿ ਇੱਕ ਨਿਸ਼ਚਿਤ ਉਮਰ ਹੋਣਾ, ਜਿਵੇਂ ਭਾਰਤ ਦੇ ਵਿੱਚ ਰਾਸ਼ਟਰਪਤੀ ਦੀ ਇਲੈਕਸ਼ਨ ਲੜਨ ਲਈ 35 ਸਾਲ ਦੀ ਉਮਰ ਹੈ, ਲੋਕ ਸਭਾ ਵਿਧਾਨ ਸਭਾ ਦੀ ਇਲੈਕਸ਼ਨ ਲੜਨ ਲਈ 25 ਸਾਲ ਦੀ ਉਮਰ ਹੈ, ਰਾਜ ਸਭਾ ਦੀ ਇਲੈਕਸ਼ਨ ਲੜਨ ਲਈ 30 ਸਾਲ ਦੀ ਉਮਰ ਹੈ। ਇਸ ਨੂੰ ਰਾਜਨੀਤਿਕ ਸਮਾਨਤਾ ਦਾ ਵਿਰੋਧੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਯੋਗਤਾਵਾਂ ਤਰਕਸੰਗਤ ਨੇ। ਇਸੇ ਤਰ੍ਹਾਂ ਹੋਰ ਸ਼ਰਤਾਂ ਨੇ ਕਿ ਕੋਈ ਵਿਅਕਤੀ ਪਾਗਲ ਨਾ ਹੋਵੇ,
ਦਿਵਾਲੀਆ ਨਾ ਹੋਵੇ ਜਿਹੜਾ ਇਲੈਕਸ਼ਨ ਲੜਨੀ ਚਾਹੁੰਦਾ ਹੈ। ਇਹ ਯੋਗਤਾਵਾਂ ਰਾਜਨੀਤਿਕ ਸਮਾਨਤਾ ਦੀਆਂ ਵਿਰੋਧੀ ਨਹੀਂ ਹਨ। ਤੀਸਰੀ ਵਿਸ਼ੇਸ਼ਤਾ ਹੈ ਸਰਕਾਰੀ ਪਦਵੀ ਪ੍ਰਾਪਤ ਕਰਨ ਦਾ ਅਧਿਕਾਰ, ਰਾਈਟ ਟੂ ਹੋਲਡ ਪਬਲਿਕ ਆਫਿਸਿਸ। ਸਰਕਾਰੀ ਪਦਵੀਆਂ ਦੀ ਪ੍ਰਾਪਤੀ ਨਾਲ ਵਿਅਕਤੀ ਨੂੰ ਸਿਰਫ ਰੁਜ਼ਗਾਰ ਨਹੀਂ ਮਿਲਦਾ, ਇਹ ਕੇਵਲ ਰੁਜ਼ਗਾਰ ਦਾ ਸਾਧਨ ਨਹੀਂ ਹੁੰਦੀਆਂ ਸਰਕਾਰੀ ਪਦਵੀਆਂ, ਸਰਕਾਰੀ ਅਹੁਦੇ, ਸਗੋਂ ਇਹ ਪਦਵੀਆਂ ਰਾਜਨੀਤਿਕ ਸ਼ਕਤੀ ਵੀ ਪ੍ਰਦਾਨ ਕਰਦੀਆਂ ਹਨ। ਵਿਅਕਤੀ ਦਾ ਸੋਸ਼ਲ ਸਟੇਟਸ ਵੀ ਉੱਚਾ ਹੁੰਦਾ ਹੈ ਸਰਕਾਰੀ ਪਦਵੀਆਂ ਨਾਲ। ਇਸ ਲਈ ਰਾਜਨੀਤਿਕ ਸਮਾਨਤਾ ਦੀ ਪ੍ਰਾਪਤੀ ਲਈ ਜ਼ਰੂਰੀ ਹੈ ਕਿ ਜਨਤਕ ਪਦਵੀਆਂ, ਸਰਕਾਰੀ ਪਦਵੀਆਂ ਸਮਾਜ ਦੇ ਕਿਸੇ ਖਾਸ ਵਰਗ ਤੱਕ ਹੀ ਸੀਮਿਤ ਨਹੀਂ ਰੱਖੀਆਂ ਜਾਣੀਆਂ ਚਾਹੀਦੀਆਂ। ਸਾਰੇ ਲੋਕ ਜੋ ਯੋਗਤਾਵਾਂ ਪੂਰੀਆਂ ਕਰਦੇ ਹੋਣ ਕਿਸੇ ਪਦਵੀ ਨੂੰ ਪ੍ਰਾਪਤ ਕਰਨ ਦੀਆਂ, ਉਹਨਾਂ ਨੂੰ ਇਹਨਾਂ ਪਦਵੀਆਂ ਨੂੰ ਪ੍ਰਾਪਤ ਕਰਨ ਦਾ ਅਧਿਕਾਰ ਵੀ ਰਾਜਨੀਤਿਕ ਸਮਾਨਤਾ ਦਾ ਇੱਕ ਜ਼ਰੂਰੀ ਭਾਗ ਹੈ। ਚੌਥੀ ਵਿਸ਼ੇਸ਼ਤਾ ਹੈ ਸਰਕਾਰ ਦੀ ਵਿਰੋਧਤਾ ਕਰਨ ਦਾ ਅਧਿਕਾਰ, ਰਾਈਟ ਟੂ ਅਪੋਜ਼ ਦੀ ਗਵਰਨਮੈਂਟ। ਆਧੁਨਿਕ ਸਮੇਂ ਵਿੱਚ ਕੋਈ ਵੀ ਸਰਕਾਰ ਆਪਣੇ ਆਪ ਨੂੰ ਦੈਵੀ ਸ਼ਕਤੀ ਨਹੀਂ ਮੰਨ ਸਕਦੀ। ਜਿਵੇਂ ਮੱਧ ਯੁੱਗ ਦੇ ਵਿੱਚ ਰਾਜੇ ਕਹਿੰਦੇ ਸੀ ਕਿ ਕਲੇਮ ਕਰਦੇ ਸੀ ਕਿ ਅਸੀਂ ਪਰਮਾਤਮਾ ਦੇ ਦੂਤ ਹਾਂ, ਸਾਡਾ ਕੀਤਾ ਹਰ ਫੈਸਲਾ ਤੁਹਾਨੂੰ ਪਰਮਾਤਮਾ ਦਾ ਫੈਸਲਾ ਸਮਝ ਕੇ ਮੰਨਣਾ ਚਾਹੀਦਾ ਹੈ, ਉਸ 'ਤੇ ਫੁੱਲ ਚੜਾਉਣੇ ਚਾਹੀਦੇ ਹਨ। ਆਧੁਨਿਕ ਲੋਕਤੰਤਰੀ ਯੁੱਗ ਦੇ ਵਿੱਚ ਕੋਈ ਸਰਕਾਰ ਇਸ ਤਰ੍ਹਾਂ ਦਾ ਆਪਣੇ ਆਪ ਨੂੰ ਦੈਵੀ ਸ਼ਕਤੀ ਨਹੀਂ ਮੰਨ ਸਕਦੀ ਅਤੇ ਸਰਕਾਰ ਦਾ ਕੀਤਾ ਕੋਈ ਵੀ ਫੈਸਲਾ ਜਨਤਾ ਨੂੰ ਜਾਂ ਜਨਤਾ ਦੇ ਕਿਸੇ ਖਾਸ ਵਰਗ ਨੂੰ ਗਲਤ ਲੱਗ ਸਕਦਾ ਹੈ, ਕਿਉਂਕਿ ਲੋਕਤੰਤਰੀ ਸਰਕਾਰ ਵੀ ਸਾਰਿਆਂ ਦੀ ਸਰਕਾਰ ਨਹੀਂ ਹੁੰਦੀ, ਇਹ ਵੀ ਬਹੁਮਤ ਦੀ ਸਰਕਾਰ ਹੁੰਦੀ ਹੈ। ਤੇ ਜੇ ਜਿਹੜੀਆਂ ਵੀ ਸਰਕਾਰਾਂ ਇਸ ਸਮੇਂ ਲੋਕਤੰਤਰੀ ਬਣੀਆਂ ਹੋਈਆਂ ਹਨ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ, ਜੇ ਉਹਨਾਂ ਦੀ ਵੋਟ ਪ੍ਰਤੀਸ਼ਤਤਾ ਦਾ ਵਿਵੇਚਨ ਕੀਤਾ ਜਾਵੇ, ਐਨਾਲਿਸਿਸ ਕੀਤਾ ਜਾਵੇ, ਤਾਂ ਅਸੀਂ ਦੇਖਾਂਗੇ ਕਿ ਬਹੁਤੀਆਂ ਸਰਕਾਰਾਂ 50% ਤੋਂ ਵੀ ਘੱਟ ਵੋਟਾਂ ਲੈ ਕੇ ਬਣਦੀਆਂ ਹਨ, ਕਿਉਂਕਿ ਮਲਟੀ ਪਾਰਟੀ ਸਿਸਟਮ ਹੋਣ ਕਰਕੇ ਵੋਟਾਂ ਵੰਡੀਆਂ ਜਾਂਦੀਆਂ ਹਨ। ਇਸ ਲਈ ਜਿਹੜੀ ਪਾਰਟੀ ਨੂੰ ਆਮ ਕਰਕੇ 40-45% ਵੋਟਾਂ ਪੈਂਦੀਆਂ ਹਨ, ਉਸ ਦੀ ਸੀਟਾਂ ਦੀ ਪਰਸੈਂਟੇਜ ਵਿਧਾਨ ਮੰਡਲ ਦੇ ਵਿੱਚ ਉਹ 60-70% ਹੋ ਜਾਂਦੀ ਹੈ। ਇਸ ਲਈ ਨਾਗਰਿਕਾਂ ਨੂੰ ਇਹ ਅਧਿਕਾਰ ਹੋਣਾ ਚਾਹੀਦਾ ਹੈ ਕਿ ਉਹ ਸਰਕਾਰ ਦੀ ਵਿਰੋਧਤਾ ਵੀ ਕਰ ਸਕਣ, ਤਾਂ ਹੀ ਰਾਜਨੀਤਿਕ ਸਮਾਨਤਾ ਸਥਾਪਿਤ ਹੋ ਸਕਦੀ ਹੈ। ਪੰਜਵੀਂ ਵਿਸ਼ੇਸ਼ਤਾ ਹੈ ਰਾਜਨੀਤਿਕ ਸਮਾਨਤਾ ਦੀ ਬਿਨੈ ਪੱਤਰ ਦੇਣ ਦਾ ਅਧਿਕਾਰ, ਰਾਈਟ ਟੂ ਪਟੀਸ਼ਨ। ਨਾਗਰਿਕਾਂ ਦੀ ਰਾਜਨੀਤਿਕ ਸਮਾਨਤਾ ਯਕੀਨੀ ਬਣਾਉਣ ਲਈ ਉਹਨਾਂ ਨੂੰ ਬਿਨੈ ਪੱਤਰ ਦੇਣ ਦਾ ਅਧਿਕਾਰ ਵੀ ਹੋਣਾ ਚਾਹੀਦਾ ਹੈ। ਜੇਕਰ ਕਿਸੇ ਨਾਗਰਿਕ ਨੂੰ ਲੱਗਦਾ ਹੈ ਕਿ ਕਿਸੇ ਵਿਅਕਤੀ, ਸੰਸਥਾ ਜਾਂ ਸਰਕਾਰੀ ਅਧਿਕਾਰੀ ਵੱਲੋਂ ਉਸ ਨਾਲ ਕੋਈ ਧੱਕੇਸ਼ਾਹੀ ਕੀਤੀ ਜਾ ਰਹੀ ਹੈ, ਤਾਂ ਇਸ ਤਰ੍ਹਾਂ ਦੇ ਵਿਅਕਤੀ ਨੂੰ ਉੱਚ ਅਧਿਕਾਰੀਆਂ ਕੋਲ ਬਿਨੈ ਪੱਤਰ ਦੇਣ ਦਾ ਅਧਿਕਾਰ ਹੋਣਾ ਚਾਹੀਦਾ ਹੈ। ਇਸ ਤਰ੍ਹਾਂ ਦੇ ਵਿਅਕਤੀ ਦੀ ਸ਼ਿਕਾਇਤ ਕਰਨ ਦਾ ਅਧਿਕਾਰ ਹੋਣਾ ਚਾਹੀਦਾ ਹੈ। ਜੇਕਰ ਬਿਨੈ ਪੱਤਰ ਦੇਣ ਦਾ ਅਧਿਕਾਰ ਨਹੀਂ ਹੋਵੇਗਾ ਤਾਂ ਰਾਜਨੀਤਿਕ ਸਮਾਨਤਾ ਸਥਾਪਿਤ ਨਹੀਂ ਕੀਤੀ ਜਾ ਸਕਦੀ। ਇਸ ਨੂੰ ਇੱਕ ਇੰਟੈਗਰਲ ਪਾਰਟ ਮੰਨਿਆ ਜਾਂਦਾ ਹੈ ਰਾਜਨੀਤਿਕ ਸਮਾਨਤਾ ਦਾ। ਛੇਵੀਂ ਵਿਸ਼ੇਸ਼ਤਾ ਹੈ ਰਾਜਨੀਤਿਕ ਦਲ ਬਣਾਉਣ ਦਾ ਅਧਿਕਾਰ, ਰਾਈਟ ਟੂ ਫਾਰਮ ਪੋਲੀਟੀਕਲ ਪਾਰਟੀਜ਼। ਲੋਕਤੰਤਰ ਵਿੱਚ ਰਾਜਨੀਤਿਕ ਸ਼ਕਤੀ ਦੀ ਪ੍ਰਾਪਤੀ ਲਈ ਰਾਜਨੀਤਿਕ ਦਲ ਬਣਾਏ ਜਾਂਦੇ ਹਨ, ਜੋ ਕਿ ਰਾਜਨੀਤਿਕ ਸਮਾਨਤਾ ਦਾ ਇੱਕ ਮਹੱਤਵਪੂਰਨ ਤੱਤ ਹੈ। ਕਾਨੂੰਨ ਦੇ ਸਾਹਮਣੇ ਸਾਰੇ ਦਲ, ਸਾਰੀਆਂ ਪਾਰਟੀਆਂ ਸਮਾਨ ਹੁੰਦੀਆਂ ਹਨ। ਕਿਸੇ ਪਾਰਟੀ ਦਾ ਕੋਈ ਵਿਸ਼ੇਸ਼ ਰੁਤਬਾ ਨਹੀਂ ਹੁੰਦਾ, ਕਿਸੇ ਪਾਰਟੀ ਦਾ ਕੋਈ ਸੈਕੰਡਰੀ ਰੁਤਬਾ ਨਹੀਂ ਹੁੰਦਾ। ਰਾਜਨੀਤਿਕ ਦਲਾਂ ਦੇ ਨਿਰਮਾਣ ਦੇ ਆਧਾਰ ਅਤੇ ਉਹਨਾਂ ਦੀ ਕਾਰਜ ਪ੍ਰਣਾਲੀ ਸੰਬੰਧੀ ਕੁਝ ਰੂਲ ਰੈਗੂਲੇਸ਼ਨ ਜ਼ਰੂਰ ਬਣਾਏ ਜਾ ਸਕਦੇ ਹਨ। ਜਿਵੇਂ ਇਹ ਰੂਲ ਬਣਾਏ ਜਾ ਸਕਦੇ ਹਨ ਕਿ ਤਾਂ ਹੀ ਕਿਸੇ ਗਰੁੱਪ ਨੂੰ ਰਾਜਨੀਤਿਕ ਦਲ ਦੇ ਤੌਰ ਤੇ ਰਜਿਸਟਰ ਕੀਤਾ ਜਾਵੇਗਾ ਜੇ ਉਹ ਸੰਵਿਧਾਨ ਦੇ ਵਿੱਚ ਭਰੋਸਾ ਰੱਖਦਾ ਹੋਵੇ। ਸ਼ਕਤੀ ਪ੍ਰਾਪਤੀ ਸਾਰੇ ਰਾਜਨੀਤਿਕ ਦਲਾਂ ਦਾ ਉਦੇਸ਼ ਹੁੰਦਾ ਹੈ। ਸ਼ਕਤੀ ਪ੍ਰਾਪਤੀ ਲਈ ਲੋਕਤੰਤਰੀ ਵਿਧੀਆਂ ਵਿੱਚ ਭਰੋਸਾ ਹੋਵੇ। ਸੰਵਿਧਾਨ ਦੇ ਆਦਰਸ਼ ਹੋ ਸਕਦੇ ਹਨ ਹਰ ਸੰਵਿਧਾਨ ਦੇ, ਜਿਵੇਂ ਕਿਸੇ ਸੰਵਿਧਾਨ ਦਾ ਆਦਰਸ਼ ਲੋਕਤੰਤਰ ਹੋ ਸਕਦਾ ਹੈ, ਕਿਸੇ ਸੰਵਿਧਾਨ ਦਾ ਆਦਰਸ਼ ਧਰਮ ਨਿਰਪੱਖਤਾ ਹੋ ਸਕਦਾ ਹੈ। ਉਸ ਗਰੁੱਪ ਨੂੰ ਸੰਵਿਧਾਨ ਦੇ ਆਦਰਸ਼ਾਂ ਵਿੱਚ ਭਰੋਸਾ ਹੋਵੇ। ਇਹਨਾਂ ਨਿਯਮਾਂ ਨੂੰ ਰਾਜਨੀਤਿਕ ਸਮਾਨਤਾ ਦਾ ਵਿਰੋਧੀ ਨਹੀਂ ਕਿਹਾ ਜਾ ਸਕਦਾ ਜੇ ਇਸ ਤਰ੍ਹਾਂ ਦੇ ਰੂਲ ਰੈਗੂਲੇਸ਼ਨ ਬਣਾਏ ਜਾਂਦੇ ਹਨ, ਕਿਉਂਕਿ ਇਸ ਤਰ੍ਹਾਂ ਦੇ ਰੂਲ ਰੈਗੂਲੇਸ਼ਨ ਹਰ ਸਮਾਜ ਦੇ ਵਿੱਚ, ਹਰ ਰਾਜਨੀਤਿਕ ਪ੍ਰਣਾਲੀ ਵਿੱਚ ਬਣਾਏ ਜਾਂਦੇ ਹਨ ਤੇ ਜ਼ਰੂਰੀ ਵੀ ਹਨ। ਬਹੁਤ ਬਹੁਤ ਧੰਨਵਾਦ। ਗੁੱਡ ਲੱਕ।